ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਮੁੰਬਈ ਦੇ ਵਿੱਚ ਇੰਡੀਆ ਗਠਬੰਧਨ ਦੀ ਮੀਟਿੰਗ ਹੈ। ਭਗਵੰਤ ਮਾਨ ਦੀ ਗੱਲ ਕਰ ਲਈਏ, ਚਾਹੇ ਕੇਜਰੀਵਾਲ, ਰਾਹੁਲ ਗਾਂਧੀ, ਮਲਿਕਾ ਅਰਜੁਨ ਖੜਗੇ, ਇਹ ਸਾਰੇ ਹੀ ਦੇਸ਼ ਦੇ ਅਸੀਂ ਕਹਿ ਸਕਦੇ ਹਾਂ ਜਿਹੜੇ ਵੱਡੇ ਵੱਡੇ ਲੀਡਰ ਨੇ ਇਸ ਮੀਟਿੰਗ ਦੇ ਲਈ ਮੁੰਬਈ ਪਹੁੰਚ ਚੁੱਕੇ ਨੇ। ਤੇ ਅੱਜ ਇਸ ਮੀਟਿੰਗ ਦੇ ਉੱਪਰ ਜੇਕਰ ਆਪਾਂ ਗੱਲ ਕਰੀਏ, ਕਿਸ ਤਰੀਕੇ ਨਾਲ ਦੇਖਿਆ ਜਾਏ ਜਦੋਂ ਸ਼ਾਮ ਨੂੰ ਪ੍ਰੈਸ ਕਾਨਫਰੰਸ ਹੋਏਗੀ, ਕੀ ਤੁਸੀਂ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਜੋ ਹੈ ਵੱਡੇ ਖੁਲਾਸੇ ਹੋ ਸਕਦੇ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ? ਜ਼ਰੂਰ ਚਾਹਾਂਗੇ ਕਿ ਤੁਸੀਂ ਇਸ ਉੱਪਰ ਕੀ ਰਾਏ ਰੱਖਦੇ ਹੋ ਤੇ ਮੁੰਬਈ ਦੇ ਵਿੱਚ ਜਿਹੜੀ ਇੰਡੀਆ ਗਠਬੰਧਨ ਨੂੰ ਲੈ ਕੇ ਮੀਟਿੰਗ ਹੋਣ ਜਾ ਰਹੀ ਹੈ, ਇਸ ਬਾਰੇ ਤੁਸੀਂ ਕੀ ਕਹੋਗੇ? ਹਰਜੋਤ ਜੀ, ਮੈਂ ਸ਼ੁਰੂਆਤ ਇਸ ਸਵਾਲ ਦੀ ਇਸ ਰੂਪ 'ਚ ਕਰੂੰਗਾ ਕਿ ਜਿੱਤੇਗਾ ਭਾਰਤ, ਜਿੱਤੇਗਾ ਇੰਡੀਆ, ਜੁੜੇਗਾ ਭਾਰਤ, ਜਿੱਤੇਗਾ ਇੰਡੀਆ, ਇਹ ਬੈਨਰ ਲੱਗੇ ਹੋਏ ਸੀ ਕੱਲ ਜਦੋਂ ਇਹ ਬੈਠਕ ਹੋਈ। ਕੱਲ ਰਾਤ ਨੂੰ ਇਹ ਬੈਠਕ ਖਤਮ ਹੋ ਗਈ ਔਰ ਇਹਦੇ ਵਿੱਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਰਾਹੁਲ ਗਾਂਧੀ, ਮਲਿਕਾ ਅਰਜੁਨ ਖੜਗੇ, ਨਿਤੀਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਦਾ ਪੁੱਤਰ, ਬੀਬੀ ਮਮਤਾ ਬਨਰਜੀ, ਸ਼ਰਦ ਪਵਾਰ ਉਹਨਾਂ ਦੀ ਧੀ, ਹੋਰ ਬਹੁਤ ਸਾਰੇ CPIM ਦੇ ਲੀਡਰ ਇਹ ਸਾਰੇ ਲੀਡਰ ਨੇ ਜਿਹੜੇ ਕੱਲ ਮੀਟਿੰਗ ਦੇ ਵਿੱਚ ਇਕੱਠੇ ਹੋਏ। ਸ਼ਿਵ ਸੈਨਾ ਦੇ ਜਿਹੜੇ ਬਾਲਾ ਸਾਹਿਬ ਠਾਕਰੇ ਦੇ ਪੁੱਤਰ ਉਧਵ ਠਾਕਰੇ, ਸਾਬਕਾ ਮੁੱਖ ਮੰਤਰੀ, ਉਹ ਵੀ ਮੌਜੂਦ ਰਹੇ। ਔਰ ਇਹ ਮੀਟਿੰਗ ਹੈ ਜਿਹੜੀ, ਇਹ ਬਹੁਤ ਵੱਡੀ ਮੀਟਿੰਗ ਹੈ ਜਿਹੜੀ ਕੱਲ ਮੁੰਬਈ ਦੇ ਵਿੱਚ ਰਹੀ। ਔਰ ਇਸ ਮੀਟਿੰਗ ਦੀ ਵੀਡੀਓ ਵੀ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਹੈ ਔਰ ਆਮ ਆਦਮੀ ਪਾਰਟੀ ਵੱਲੋਂ ਵੀ ਕੁਝ ਵੀਡੀਓਜ਼ ਜਾਰੀ ਕੀਤੇ ਗਏ ਨੇ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਦੋਨੇ ਉੱਥੇ ਪਹੁੰਚੇ। ਭਗਵੰਤ ਮਾਨ ਕੇਜਰੀਵਾਲ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਹੋਇਆ ਔਰ ਉਹਨਾਂ ਦੇ ਸਮਰਥਕਾਂ ਨੇ ਵੀ, ਔਰ ਇੰਡੀਆ ਗਠਬੰਧਨ ਦੇ ਦੂਸਰੇ ਜਿਹੜੇ ਦਲ ਨੇ ਉਹਨਾਂ ਨੇ ਵੀ ਇਹਨਾਂ ਦਾ ਸਵਾਗਤ ਕੀਤਾ। ਹੁਣ ਕੱਲ ਜਿਹੜੀਆਂ ਮੀਟਿੰਗ 'ਚ ਚਰਚਾਵਾਂ ਹੋਈਆਂ ਨੇ, ਚਰਚਾ ਇਹ ਹੈ ਕਿ ਸੀਟ ਸ਼ੇਅਰਿੰਗ ਤੇ ਉੱਤੇ ਗੱਲ ਹੋਈ, ਕਿਸ ਤਰ੍ਹਾਂ ਦੀ ਨੀਤੀ ਬਣੇ, ਸੀਟ ਸ਼ੇਅਰਿੰਗ ਦਾ ਪੈਟਰਨ ਕੀ ਹੋਵੇ, ਕਮੇਟੀ ਇਹਦੇ ਤੇ ਕਿਵੇਂ ਕੰਮ ਕਰੇਗੀ। ਹਾਲਾਂਕਿ ਅੱਜ ਬਾਅਦ ਦੁਪਹਿਰ ਲੰਚ ਤੋਂ ਬਾਅਦ 4 ਵਜੇ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਸਕਦੀ ਹੈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ 2 ਦਿਨ ਦੀ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਹੋਏ ਉਹਨਾਂ ਦੀ ਜਾਣਕਾਰੀ ਦਿੱਤੀ ਜਾਣੀ ਹੈ। ਕਨਵੀਨਰ ਕੀ ਚੁਣਿਆ ਜਾਂਦਾ ਹੈ ਜਾਂ ਕਿਸੇ ਨੂੰ ਕਨਵੀਨਰ ਨਹੀਂ ਬਣਾਇਆ ਜਾਂਦਾ, ਕੀ ਕਮੇਟੀ 'ਚ ਕਿਹੜੇ ਮੈਂਬਰ ਲਏ ਜਾਂਦੇ ਨੇ, ਚੇਅਰਮੈਨ ਕਿਹਨੂੰ ਬਣਾਇਆ ਜਾਂਦਾ ਹੈ, ਸਾਰੀਆਂ ਗੱਲਾਂ ਦੇ ਜਵਾਬ ਅੱਜ ਮਿਲ ਜਾਣਗੇ। ਪਰ ਇੱਕ ਗੱਲ ਦੀ ਜਿਹੜੀ ਚਰਚਾ ਬਾਹਰ ਨਿਕਲੀ ਹੈ ਕਿ ਜਿਹੜੀ ਸੀਟ ਸ਼ੇਅਰਿੰਗ ਦੇ ਉੱਤੇ ਪੂਰੀ ਵਿਵਸਥਾ ਬਣਨੀ ਹੈ ਉਹ 30 ਸਤੰਬਰ ਤੱਕ ਬਣਨੀ ਹੈ। ਇਹਦਾ ਮਤਲਬ ਹੈ 30 ਸਤੰਬਰ ਤੱਕ ਸਾਫ਼ ਹੋਏਗਾ ਕਿ ਪੰਜਾਬ ਅਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਕਿੰਨੀਆਂ ਸੀਟਾਂ ਤੇ ਲੜਨਗੇ। ਇਹਦਾ ਮਤਲਬ ਹੈ ਕਿ ਉਹ ਧਾਕੜ ਲੀਡਰ ਜਿਹੜੇ ਲਗਾਤਾਰ ਵਿਰੋਧ ਕਰ ਰਹੇ ਨੇ ਕਾਂਗਰਸ ਤੇ ਆਪ ਦਾ ਕਿ 2024 'ਚ ਅਸੀਂ ਅਲੱਗ-ਅਲੱਗ ਲੜਾਂਗੇ, ਲਗਭਗ ਗੱਲ ਸਾਫ਼ ਹੋ ਗਈ ਕਿ ਹੁਣ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਸੀਟਾਂ ਵੰਡ ਕੇ ਲੜਨਗੇ। ਇਸ ਗਠਬੰਧਨ ਨੂੰ ਦੇਖ ਕੇ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ। ਸੋ ਉਹ ਲੀਡਰ ਜਿਨ੍ਹਾਂ ਦਾ ਸਟੈਂਡ ਵੱਖਰਾ ਸੀ, ਮੈਨੂੰ ਲੱਗਦਾ ਹੈ ਅਗਲੇ 1-2 ਦਿਨਾਂ ਦੇ ਵਿੱਚ ਉਹਨਾਂ ਦੇ ਬਿਆਨਾਂ 'ਚ ਮੋੜਾ ਪੈਣਾ ਸ਼ੁਰੂ ਹੋ ਜਾਏਗਾ ਤੇ ਬਹੁਤ ਸਾਰੇ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਕਾਂਗਰਸ ਦੀ ਹਾਈ ਕਮਾਂਡ ਤੋਂ ਵੀ ਮੈਨੂੰ ਲੱਗਦਾ ਹੁਣ ਇਸ਼ਾਰਾ ਆਉਂਦੇ ਦਿਨਾਂ 'ਚ ਮਿਲ ਜਾਣਾ ਹੈ ਤੇ ਹੁਣ ਬਹੁਤ ਸਾਰੇ ਕਾਂਗਰਸੀ ਲੀਡਰਾਂ ਦੇ ਸੁਰ ਸਾਨੂੰ ਬਦਲੇ ਨਜ਼ਰ ਆਉਣਗੇ। ਇੰਡੀਆ ਗਠਬੰਧਨ ਜਿਸ ਮਜ਼ਬੂਤੀ ਦੇ ਨਾਲ ਅੱਗੇ ਵਧ ਰਿਹਾ ਹੈ, ਮੈਂ ਦਾਅਵੇ ਨਾਲ ਇਹ ਗੱਲ ਸੋਚ ਸਕਦਾ। ਹਾਲਾਂਕਿ ਡੈਮੋਕ੍ਰੇਸੀ 'ਚ ਸਭ ਨੂੰ ਆਪਣਾ ਰਾਈਟ ਹੈ। ਅਗਰ ਪਾਰਟੀ ਦੀ ਹਾਈ ਕਮਾਂਡ ਨੇ, ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਪੰਜਾਬ ਤੇ ਦਿੱਲੀ 'ਚ ਸੀਟਾਂ ਵੰਡਣ ਦਾ ਫੈਸਲਾ ਕਰ ਲਿਆ ਤੇ ਫਿਰ ਕਾਂਗਰਸ ਦੇ ਉਹ ਧਾਕੜ ਲੀਡਰ ਜਿਹੜੇ ਲਗਾਤਾਰ ਵਿਰੋਧ ਕਰ ਰਹੇ ਨੇ ਕੀ ਕਰਨਗੇ? ਕੀ ਉਹ ਕਾਂਗਰਸ 'ਚ ਰਹਿਣਗੇ? ਕੀ ਉਹ ਪਾਰਟੀ ਹਾਈ ਕਮਾਂਡ ਦੇ ਫੈਸਲੇ ਨੂੰ ਪ੍ਰਵਾਨ ਕਰਨਗੇ? ਕੀ ਉਹ ਕਾਂਗਰਸ ਛੱਡ ਜਾਣਗੇ? ਕੀ ਕਾਂਗਰਸ ਪੰਜਾਬ 'ਚ ਫੇਰ ਟੁੱਟ ਦਿਖੂਗੀ? ਫਿਰ ਉਹ ਕਿੱਥੇ ਜਾਣਗੇ? ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਆਉਂਦੇ ਸਮੇਂ ਦੇ ਵਿੱਚ ਚਰਚਾ ਹੋਏਗੀ। ਪਰ ਜੋ ਕੁਝ ਵੀ ਵਾਪਰਨਾ ਮੈਨੂੰ ਲੱਗਦਾ ਉਹਦੀ ਜ਼ਮੀਨ ਬਣਾਉਣੀ ਅਗਲੇ 5-7 ਦਿਨਾਂ 'ਚ ਇਹਨਾਂ ਲੀਡਰਾਂ ਨੇ ਸ਼ੁਰੂ ਕਰਨੀ ਹੈ, ਜੋ ਮੈਨੂੰ ਲੱਗਦਾ ਹੈ। ਔਰ ਸਾਨੂੰ ਨਤੀਜਾ 30 ਸਤੰਬਰ ਤੱਕ ਮਿਲ ਜਾਏਗਾ ਕਿਉਂਕਿ 30 ਸਤੰਬਰ ਤੱਕ ਅਧਿਕਾਰਿਕ ਤੌਰ ਤੇ ਸੀਟ ਸ਼ੇਅਰਿੰਗ ਬਾਰੇ ਕੋਈ ਨਾ ਕੋਈ ਐਲਾਨ ਹੋ ਸਕਦਾ ਹੈ। ਸੋ ਇਹ ਬੜੇ ਦਿਲਚਸਪ ਮੋੜ ਤੇ ਪੰਜਾਬ ਦੀ ਸਿਆਸਤ, ਦਿੱਲੀ ਦੀ ਸਿਆਸਤ ਔਰ ਦੇਸ਼ ਦੀ ਸਿਆਸਤ ਜਾ ਰਹੀ ਹੈ। ਔਰ ਇਹ ਮੀਟਿੰਗ ਕੱਲ ਰਾਤ ਨੂੰ ਹੋਈ ਹੈ, ਅੱਜ ਦਿਨੇ ਇੱਕ ਵਾਰ ਫੇਰ ਮੀਟਿੰਗ ਹੋਣੀ ਹੈ ਔਰ ਅੱਜ ਬਾਅਦ ਦੁਪਹਿਰ ਪ੍ਰੈਸ ਕਾਨਫਰੰਸ ਹੋਣ ਤੋਂ ਬਾਅਦ ਪੂਰੇ ਫੈਸਲੇ ਸਾਰਵਜਨਿਕ ਰੂਪ ਦੇ ਵਿੱਚ ਆਉਣਗੇ। ਔਰ ਅੱਜ ਜਿੱਦਾਂ ਹੀ 4 ਵਜੇ ਇਹਦੀ ਪ੍ਰੈਸ ਕਾਨਫਰੰਸ ਹੋਣੀ ਹੈ, ਸੋ ਕੋਸ਼ਿਸ਼ ਕਰਾਂਗੇ ਕਿ ਨਾਲ ਦੀ ਨਾਲ ਅਸੀਂ ਲਾਈਵ ਹੋ ਕੇ ਸਾਰਾ ਬਿਊਰਾ ਪੇਸ਼ ਕਰੀਏ।
ਡੱਲਾ ਜੀ, ਭਾਰਤ ਸਰਕਾਰ ਨੇ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਜੋ ਫੈਸਲਾ ਕੀਤਾ ਹੈ, ਇਸ ਨੂੰ ਕੀ ਮੰਨਿਆ ਜਾਵੇ, ਕਿਸ ਤਰੀਕੇ ਨਾਲ ਵੇਖਿਆ ਜਾਵੇ? ਕੀ ਲੋਕ ਸਭਾ ਦੀਆਂ ਚੋਣਾਂ ਪਹਿਲਾਂ ਆਉਣਗੀਆਂ? ਕਿਉਂਕਿ ਬਹੁਤ ਸਾਰੇ ਅੰਦਾਜ਼ੇ ਜੋ ਹੈ ਜ਼ਰੂਰ ਲਗਾਏ ਜਾ ਰਹੇ ਨੇ ਇਸ ਫੈਸਲੇ ਦੇ ਨਾਲ। ਕੀ ਮੰਨਿਆ ਜਾਵੇ, ਮੁਲਕ ਵਿੱਚ ਕੋਈ ਅਜਿਹਾ ਕਾਨੂੰਨ ਬਣਾਉਣ ਦਾ ਰਾਹ ਬਣਾਇਆ ਜਾ ਰਿਹਾ ਹੈ ਜਿਵੇਂ ਕਿ ਇੱਕ ਦੇਸ਼ ਇੱਕ ਇਲੈਕਸ਼ਨ? ਕੀ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਨੇ? ਕਿਉਂਕਿ 5 ਸੂਬਿਆਂ ਦੀਆਂ ਚੋਣਾਂ ਪਾਰਲੀਮੈਂਟ ਦੀਆਂ ਚੋਣਾਂ ਨਾਲ ਵੀ ਹੋ ਸਕਣਗੀਆਂ। ਇਸ ਉੱਪਰ ਤੁਸੀਂ ਕੀ ਕਹੋਗੇ? ਵੱਡਾ ਸਵਾਲ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਵੀ ਬਣਿਆ ਹੋਇਆ ਹੈ। ਕੀ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਵੀ ਬਿੱਲ ਆ ਸਕਦਾ ਹੈ, ਜਿਹੜਾ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਜੋ ਹੈ ਬੁਲਾਇਆ ਗਿਆ? ਬਹੁਤ ਵੱਡੇ ਵੱਡੇ ਸਵਾਲ ਨੇ ਇਸ ਪੂਰੇ ਸੈਸ਼ਨ ਨੂੰ ਲੈ ਕੇ। ਮੁਲਕ ਦੀ ਸਿਆਸਤ ਵੀ ਜੋ ਹੈ ਗਰਮ ਹੋਈ ਪਈ ਹੈ। ਤੁਸੀਂ ਇਹਨਾਂ ਸਭ ਪਹਿਲੂਆਂ ਨੂੰ ਵੇਖਦੇ ਹੋਏ ਕੀ ਕਹਿਣਾ ਚਾਹੋਗੇ? ਤੁਹਾਡਾ ਐਨਾਲਿਸਿਸ ਕੀ ਕਹਿੰਦਾ ਹੈ? ਹਰਜੋਤ ਜੀ, ਕਈ ਨਵੀਂ ਤਰ੍ਹਾਂ ਦੇ ਖੁਲਾਸੇ ਹੋ ਰਹੇ ਨੇ। ਕੱਲ ਭਾਵ 31 ਅਗਸਤ ਨੂੰ ਜਿਹੜੇ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਨੇ ਪ੍ਰਹਲਾਦ ਜੋਸ਼ੀ, ਉਹਨਾਂ ਨੇ ਇੱਕ ਪੋਸਟ ਪਾਤੀ ਕਿ 18 ਤੋਂ 22 ਸਤੰਬਰ ਤੱਕ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਏਗਾ। ਉਂਝ ਤਾਂ ਪਾਰਲੀਮੈਂਟ ਦੇ ਵਿੱਚ ਸੈਸ਼ਨ ਬੁਲਾਏ ਜਾਣ ਬੜੀ ਚੰਗੀ ਗੱਲ ਹੈ। ਇਹ 5 ਦਿਨ ਦਾ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ, ਇਹ ਮੰਨਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ 4-5 ਅਜਿਹੇ ਵੱਡੇ ਫੈਸਲੇ ਕਰਨ ਜਾ ਰਹੀ ਹੈ ਜਿਨ੍ਹਾਂ ਦਾ ਸਿੱਧਾ ਸਬੰਧ 2024 ਦੀਆਂ ਚੋਣਾਂ ਦੇ ਨਾਲ ਹੈ। ਬੀਜੇਪੀ ਚੋਣਾਂ ਜਿੱਤਣ ਲਈ ਕੋਈ ਬਹੁਤ ਵੱਡੇ ਐਲਾਨ ਕਰ ਸਕਦੀ ਹੈ। ਭਾਰਤੀ ਜਨਤਾ ਪਾਰਟੀ ਚੋਣਾਂ ਜਿੱਤਣ ਲਈ ਕੋਈ ਬਹੁਤ ਵੱਡੇ ਬਿੱਲ ਪਾਸ ਕਰ ਸਕਦੀ ਹੈ। ਚਰਚਾਵਾਂ ਕਈ ਤਰ੍ਹਾਂ ਦੀਆਂ ਨੇ। ਦੇਖੋ, ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜ਼ਨ ਦਿੱਤਾ ਸੀ ਕਿ ਇੱਕ ਮੁਲਕ ਇੱਕ ਚੋਣ। ਕਈ ਲੋਕ ਇਸ ਗੱਲ ਤੇ ਵੀ ਚਰਚਾ ਕਰ ਰਹੇ ਨੇ ਕਿ ਕੀ 5 ਸੂਬਿਆਂ ਦੀਆਂ ਚੋਣਾਂ ਜਿਹੜੀਆਂ ਦਸੰਬਰ ਤੋਂ ਪਹਿਲਾਂ ਹੋਣੀਆਂ ਨੇ, ਕਿਉਂਕਿ ਇਹਨਾਂ ਚੋਣਾਂ ਨੂੰ ਲੈ ਕੇ ਸਿਆਸਤ ਬਹੁਤ ਗਰਮ ਹੈ। ਮੱਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਚਿੰਤਾਜਨਕ ਹੈ। ਰਾਜਸਥਾਨ ਦੇ ਵਿੱਚ ਮੁਕਾਬਲਾ ਹੈ, ਛੱਤੀਸਗੜ੍ਹ 'ਚ ਮੁਕਾਬਲਾ ਹੈ, ਕਰਨਾਟਕਾ ਬੀਜੇਪੀ ਹਾਰੀ ਹੈ ਪਿੱਛੇ ਜਿਹੇ, ਹਿਮਾਚਲ ਪ੍ਰਦੇਸ਼ ਬੀਜੇਪੀ ਹਾਰੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲੀਟੀਕਲ ਐਕਸਪਰਟ ਨੇ ਉਹ ਇਸ ਤਰ੍ਹਾਂ ਦੇ ਸ਼ੰਕੇ ਖੜੇ ਕਰ ਰਹੇ ਨੇ, ਕਿਤੇ ਇਸ ਸਬੰਧ ਦੇ ਵਿੱਚ ਕੋਈ ਨਵਾਂ ਕਾਨੂੰਨ ਇਸ ਪਾਰਲੀਮੈਂਟ ਦੇ ਸੈਸ਼ਨ 'ਚ ਤਾਂ ਨਹੀਂ ਆਏਗਾ? ਕੋਈ ਬੀਜੇਪੀ ਅਜਿਹਾ ਕਾਨੂੰਨ ਤਾਂ ਨਹੀਂ ਪਾਸ ਕਰਾਉਣਾ ਚਾਹੁੰਦੀ ਕਿ ਦੁਬਾਰਾ ਇੱਕ ਮੁਲਕ ਇੱਕ ਨੇਸ਼ਨ ਦੀ ਗੱਲ ਅੱਗੇ ਵਧੇ? ਹਾਲਾਂਕਿ ਕਲੀਅਰ ਇਹਦੇ ਤੇ ਕੁਝ ਨਹੀਂ ਕਿ ਇਸ ਪਾਰਲੀਮੈਂਟ ਦੇ ਸੈਸ਼ਨ ਤੇ ਕੀ ਹੋਣਾ ਹੈ, ਕਿਉਂਕਿ ਪਾਰਲੀਮੈਂਟ ਦੇ ਸੈਸ਼ਨ ਦਾ ਏਜੰਡਾ ਹਜੇ ਤੱਕ ਨਹੀਂ ਦੱਸਿਆ ਗਿਆ ਕਿ ਕਿਹੜੇ ਕਿਹੜੇ ਬਿੱਲ ਆਉਣੇ ਨੇ, ਕਿਹੜੇ ਕਿਹੜੇ ਬਿੱਲਾਂ ਦੇ ਉੱਤੇ ਚਰਚਾ ਹੋਣੀ ਹੈ, ਕੀ ਪਾਸ ਕਰਾਉਣ ਦਾ ਮੰਤਵ ਹੈ। ਇਸ ਕਰਕੇ ਪੋਲਿਟਿਕਸ ਦੇ ਵਿੱਚ ਸਵਾਲ ਖੜੇ ਹੋਣੇ ਦਿਮਾਗਾਂ 'ਚ ਲਾਜ਼ਮੀ ਹੈ। ਹੁਣ ਇਹਦੇ ਨਾਲ ਨਾਲ ਸਵਾਲ ਇਹ ਹੈ ਵੀ ਕੀ ਬੀਜੇਪੀ ਇਹ ਕਰ ਸਕਦੀ ਹੈ ਕਿ ਅਜਿਹਾ ਕਾਨੂੰਨ ਲਿਆਵੇ, ਇੱਕ ਮੁਲਕ ਇੱਕ ਚੋਣਾਂ? ਅਗਰ ਅਜਿਹਾ ਕੀਤਾ ਜਾਂਦਾ, ਮੈਂ ਅਗਰ ਕਹਿ ਰਿਹਾ, ਉਹਦੇ ਨਾਲ ਫਿਰ ਇਹ 5 ਸੂਬਿਆਂ ਦੀਆਂ ਚੋਣਾਂ ਟਲ ਸਕਦੀਆਂ ਨੇ। ਜਾਂ ਤਾਂ ਪਾਰਲੀਮੈਂਟ ਦੀਆਂ ਚੋਣਾਂ ਛੇਤੀ ਹੋ ਜਾਣਗੀਆਂ ਜਾਂ ਇਹ ਚੋਣਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਨਾਲ ਹੋ ਜਾਣਗੀਆਂ, ਕਿਉਂਕਿ ਫਰਕ 6 ਮਹੀਨੇ ਤੋਂ ਘੱਟ ਹੈ। ਸਾਡੇ ਮੁਲਕ 'ਚ ਅਗਰ ਕਿਸੇ ਚੋਣਾਂ 'ਚ 6 ਮਹੀਨੇ ਤੋਂ ਘੱਟ ਫਰਕ ਹੋਵੇ ਤੇ ਉਹਦੇ ਲਈ ਕੋਈ ਨਵਾਂ ਕਾਨੂੰਨੀ ਮਤਾ ਲਿਆਂਦਾ ਜਾ ਸਕਦਾ, ਬਿੱਲ ਲਿਆਂਦਾ ਜਾ ਸਕਦਾ, ਕੋਈ ਨਵਾਂ ਕਾਨੂੰਨ ਬਣਾਇਆ ਜਾ ਸਕਦਾ ਕਿ ਅਗਰ ਪਾਰਲੀਮੈਂਟ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 6 ਮਹੀਨਿਆਂ ਦਾ ਫਰਕ ਹੈ, ਕਿਉਂਕਿ ਦਸੰਬਰ ਤੱਕ 5 ਸੂਬਿਆਂ ਦੀਆਂ ਚੋਣਾਂ ਹੋਣੀਆਂ ਔਰ ਮਈ ਖਤਮ ਹੋਣ ਤੋਂ ਪਹਿਲਾਂ ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਇਹਦਾ ਮਤਲਬ ਹੈ 6 ਮਹੀਨੇ ਦੇ ਵਿੱਚ ਹੀ ਪਾਰਲੀਮੈਂਟ ਦੀਆਂ ਚੋਣਾਂ ਨੇ। ਕੀ ਇਸ ਪਾਸੇ ਸੋਚ ਰਹੀ ਹੈ ਬੀਜੇਪੀ? ਇਹ ਬਹੁਤ ਵੱਡਾ ਸਵਾਲ ਹੈ। ਦੂਸਰਾ ਸਵਾਲ, ਕੀ ਭਾਰਤੀ ਜਨਤਾ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਉਹਨੂੰ ਲਿਆ ਸਕਦੀ ਹੈ? ਕੁਝ ਸਮਾਂ ਪਹਿਲਾਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਬਹੁਤ ਚਰਚਾ ਸਾਡੇ ਮੁਲਕ ਦੇ ਵਿੱਚ ਹੋਈ ਕਿ ਯੂਨੀਫਾਰਮ ਸਿਵਲ ਕੋਡ ਤੇ ਜਿਹੜਾ ਸਾਡਾ ਕਾਨੂੰਨੀ ਮੰਤਰਾਲਾ ਹੈ, ਕੀ ਕੋਈ ਅਜਿਹਾ ਕਾਨੂੰਨ ਲਿਆ ਸਕਦਾ ਹੈ ਯੂਨੀਫਾਰਮ ਸਿਵਲ ਕੋਡ? ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚਰਚਾ, ਵੱਖ-ਵੱਖ ਪੋਲੀਟੀਕਲ ਐਕਸਪਰਟ ਇਹਦੇ ਉੱਪਰ ਵੀ ਚਰਚਾ ਕਰ ਰਹੇ ਨੇ। ਕੀ ਮਹਿਲਾਵਾਂ ਦੇ ਰਿਜ਼ਰਵੇਸ਼ਨ ਨਾਲ ਸੰਬੰਧਿਤ, ਕਿਉਂਕਿ ਸਾਨੂੰ ਪਤਾ ਹੈ ਕਿ ਵਿਮਨ ਰਿਜ਼ਰਵੇਸ਼ਨ ਬਿੱਲ ਹਜੇ ਤੱਕ ਪਾਰਲੀਮੈਂਟ ਦੇ ਵਿੱਚ ਅੜਿਆ ਖੜਾ ਹੈ, 50% ਰਿਜ਼ਰਵੇਸ਼ਨ ਦੀ ਗੱਲ ਹਜੇ ਤੱਕ ਨਹੀਂ ਮੰਨੀ ਗਈ। ਕੀ ਨਰਿੰਦਰ ਮੋਦੀ ਵਿਮਨ ਰਿਜ਼ਰਵੇਸ਼ਨ ਨਾਲ ਜੁੜੇ ਇਸ ਵੱਡੇ ਬਿੱਲ ਤੇ ਕੋਈ ਫੈਸਲਾ ਕਰ ਸਕਦੇ ਨੇ ਤਾਂ ਕਿ 2024 ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ ਕਰਕੇ ਨਵੇਂ ਸਿਰੇ ਤੋਂ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਸਕੇ? ਕਿਉਂਕਿ ਇਹ ਕਈ ਐਕਸਪਰਟ ਨੇ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰ ਰਹੇ ਨੇ। ਉਂਝ ਚਰਚਾ
ਕਿ ਪਾਰਲੀਮੈਂਟ ਦੇ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ 10 ਤੋਂ ਜ਼ਿਆਦਾ ਬਿੱਲ ਪੇਸ਼ ਕੀਤੇ ਜਾ ਸਕਦੇ ਨੇ। ਹੋਰ ਕਿਹੜੇ ਬਿੱਲ ਆ ਸਕਦੇ ਨੇ, ਇਹ ਬਹੁਤ ਇੱਕ ਵੱਡਾ ਰਹੱਸ ਬਣਿਆ ਹੋਇਆ ਹੈ। ਔਰ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਅਧੀਰ ਰੰਜਨ ਚੌਧਰੀ, ਉਹਨਾਂ ਨੇ ਬੜੀ ਸਖਤ ਪ੍ਰਤੀਕਿਰਿਆ ਦਿੱਤੀ ਹੈ ਮੀਡੀਆ ਦੇ ਵਿੱਚ। ਉਹ ਕਹਿੰਦੇ ਅਜਿਹੀ ਕਿਹੜੀ ਐਮਰਜੈਂਸੀ ਪੈਦਾ ਹੋਈ ਕਿ ਵਿਸ਼ੇਸ਼ ਸੱਤਰ ਬੁਲਾਉਣਾ ਪਿਆ। ਉਂਝ ਅਗਰ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਸਰਕਾਰ ਦਾ ਹੱਕ ਹੈ। ਹੁਣ ਉਹ ਕਹਿ ਰਹੇ ਨੇ ਕਿ ਪਤਾ ਨਹੀਂ ਸਰਕਾਰ ਦੀ ਇਹਦੇ ਪਿੱਛੇ ਸੋਚ ਕੀ ਹੈ। ਇਹ ਵੀ ਮੰਨਿਆ ਜਾ ਰਿਹਾ ਕਿ ਇਹ ਪਾਰਲੀਮੈਂਟ ਦਾ ਸੈਸ਼ਨ ਹੈ ਜਿਹੜਾ ਇਹ ਨਵੀਂ ਪਾਰਲੀਮੈਂਟ 'ਚ ਹੋ ਸਕਦਾ ਹੈ। ਪਿਛਲਾ ਪਾਰਲੀਮੈਂਟ ਦਾ ਸੈਸ਼ਨ ਪੁਰਾਣੀ ਪਾਰਲੀਮੈਂਟ ਦੇ ਵਿੱਚ ਹੀ ਹੋਇਆ, ਨਵੀਂ ਪਾਰਲੀਮੈਂਟ ਬਣ ਕੇ ਤਿਆਰ ਹੈ। ਕੀ ਇਹ ਪਾਰਲੀਮੈਂਟ ਦਾ ਸੈਸ਼ਨ ਨਵੀਂ ਸੈਸ਼ਨ ਦੇ ਵਿੱਚ ਹੋਏਗਾ, ਇਹਦੇ ਉੱਪਰ ਵੀ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਔਰ ਵਿਰੋਧੀ ਧਿਰਾਂ ਮੁੰਬਈ 'ਚ ਇਕੱਠੀਆਂ ਨੇ ਔਰ ਮੁੰਬਈ ਦੇ ਵਿੱਚ ਅੱਜ ਉਹਨਾਂ ਨੇ ਏਜੰਡਾ ਪੇਸ਼ ਕਰਨਾ ਹੈ ਜਿਹੜਾ ਇੰਡੀਆ ਗਠਬੰਧਨ ਬਣਿਆ, ਅਤੇ ਉਧਰ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਔਰ ਸਰਕਾਰ ਦੇ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਐਲਾਨ ਕਰ ਦਿੱਤਾ ਸਪੈਸ਼ਲ ਸੈਸ਼ਨ ਦਾ। ਸੋ ਆਉਂਦੇ ਦਿਨਾਂ 'ਚ ਸਿਆਸਤ ਬਹੁਤ ਜ਼ਿਆਦਾ ਹਰਜੋਤ ਜੀ ਗਰਮ ਹੋਣ ਵਾਲੀ ਹੈ। ਡੱਲਾ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2 ਵੱਡੇ ਅਫਸਰ ਸਸਪੈਂਡ ਕਰ ਦਿੱਤੇ ਪੰਚਾਇਤਾਂ ਨਾਲ ਜੁੜੇ ਮਾਮਲੇ ਨੂੰ ਲੈ ਕੇ। ਸੋ ਦੋਵੇਂ ਹੀ IAS ਪੱਧਰ ਦੇ ਵੱਡੇ ਅਫਸਰ ਸਨ ਜਿਨ੍ਹਾਂ ਨੂੰ ਕਿ ਸਸਪੈਂਡ ਕੀਤਾ ਗਿਆ। ਕਿਵੇਂ ਦੇਖਦੇ ਹੋ ਤੁਸੀਂ? ਜਿਹੜੇ ਅਸੀਂ ਇਹ ਵੀ ਗੱਲ ਦੇ ਉੱਪਰ ਗੌਰ ਕਰੀਏ, ਭਗਵੰਤ ਮਾਨ ਦਾ ਜਿਹੜਾ ਫੈਸਲਾ ਪੰਚਾਇਤਾਂ ਭੰਗ ਕਰਨ ਦੇ ਫੈਸਲੇ ਨੂੰ ਲੈ ਕੇ ਜਿਹੜਾ ਵਾਪਸ ਲਿਆ ਗਿਆ ਫੈਸਲਾ, ਇਸ ਦੀ ਤਸਵੀਰ ਵੀ ਜ਼ਰੂਰ ਤੁਹਾਡੇ ਤੋਂ ਸਮਝਣਾ ਚਾਹਾਂਗੇ। ਭਗਵੰਤ ਮਾਨ ਸਰਕਾਰ ਦੇ ਲਈ ਇਹ ਜਿਹੜਾ ਫੈਸਲਾ ਵਾਪਸ ਲਿਆ ਗਿਆ, ਇਸ ਦੇ ਨਾਲ ਸਰਕਾਰ ਨੂੰ ਫਾਇਦਾ ਹੁੰਦਾ ਦਿਖਦਾ ਹੈ ਜਾਂ ਫਿਰ ਨੁਕਸਾਨ ਹੁੰਦਾ ਦਿਖਦਾ ਹੈ? ਕੀ ਕਹੋਗੇ ਤੁਸੀਂ? ਹਰਜੋਤ ਜੀ, ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਲਿਆ। ਭਾਵੇਂ ਪੰਚਾਇਤਾਂ ਭੰਗ ਕਰਨ ਦਾ ਜਿਹੜਾ ਫੈਸਲਾ ਸੀ, ਉਸ ਮਾਮਲੇ 'ਚ ਕਈ ਪਟੀਸ਼ਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਗਈਆਂ ਸੀ, ਪਰ ਪੰਜਾਬ ਸਰਕਾਰ ਨੇ ਵੀ ਵੱਡਾ ਫੈਸਲਾ ਲਿਆ। ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਸੀ, ਉਹਨਾਂ ਨੇ ਅਦਾਲਤ ਦੇ ਵਿੱਚ ਸਾਫ਼ ਕਹਿ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਚਾਹੁੰਦੇ ਨੇ ਕਿ ਪੰਚਾਇਤਾਂ ਬਹਾਲ ਹੋਣ। ਔਰ ਜਿਸ ਤਰ੍ਹਾਂ ਦੀ ਕਾਰਵਾਈ 2 ਵੱਡੇ ਅਫਸਰਾਂ 'ਤੇ ਕੀਤੀ ਗਈ ਹੈ, ਮੈਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਜਦੋਂ ਸਰਕਾਰ ਫੈਸਲਾ ਲੈਂਦੀ ਹੈ, ਜਦੋਂ ਮੁੱਖ ਮੰਤਰੀ ਫੈਸਲਾ ਲੈਂਦਾ ਹੈ, ਅਤੇ ਮੁੱਖ ਮੰਤਰੀ ਫੈਸਲੇ ਦੇ ਪਿੱਛੇ ਬਹੁਤ ਸਾਰੇ ਅਫਸਰਾਂ ਦੇ ਸੁਝਾਅ ਹੁੰਦੇ ਨੇ, ਬਹੁਤ ਸਾਰੇ ਅਫਸਰਾਂ ਦੇ ਸੁਜੈਸ਼ਨ ਹੁੰਦੇ ਨੇ, ਰਿਪੋਰਟਾਂ ਹੁੰਦੀਆਂ ਨੇ। ਔਰ ਕਿਉਂਕਿ ਅਦਾਲਤ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਲੀਲ ਨਹੀਂ ਦੇ ਸਕੀ ਕਿ ਪੰਚਾਇਤਾਂ ਕਿਉਂ ਭੰਗ ਕੀਤੀਆਂ ਗਈਆਂ ਨੇ। ਭਾਵੇਂ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਪੰਚਾਇਤਾਂ ਅਸੀਂ ਲੋਕ ਹਿੱਤ 'ਚ ਭੰਗ ਕੀਤੀਆਂ ਨੇ, ਪਰ ਉਹ ਲੋਕ ਹਿੱਤ ਦੇ ਸਬੂਤ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਨੇ ਉਹ ਰੱਖ ਨਹੀਂ ਸਕੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਪੰਚਾਇਤਾਂ ਭੰਗ ਕਰਾਈਆਂ। ਹੁਣ ਸਰਕਾਰ, ਮੁੱਖ ਮੰਤਰੀ ਪੰਚਾਇਤਾਂ ਕਿੱਦਾਂ ਭੰਗ ਕਰਦਾ? ਮੁੱਖ ਮੰਤਰੀ ਅਗਰ ਪੰਚਾਇਤਾਂ ਭੰਗ ਕਰਦਾ ਤੇ ਉਹ ਜਿਹੜੇ ਸੰਬੰਧਿਤ ਮਹਿਕਮੇ ਨੇ, ਪੰਚਾਇਤ ਦਾ ਮਹਿਕਮਾ, ਪੇਂਡੂ ਵਿਕਾਸ ਦਾ ਮਹਿਕਮਾ, ਉਹਨਾਂ ਸਾਰਿਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਰਿਪੋਰਟਾਂ ਲੈ ਕੇ ਫਿਰ ਮੁੱਖ ਮੰਤਰੀ ਫੈਸਲਾ ਕਰਦਾ ਹੈ। ਹੁਣ ਜਿਹੜੀ ਸਰਕਾਰ ਨੇ ਕਾਰਵਾਈ ਕੀਤੀ ਹੈ, 2 IAS ਅਧਿਕਾਰੀ ਮੁਅੱਤਲ ਕਰ ਦਿੱਤੇ ਗਏ ਨੇ, ਸਸਪੈਂਡ ਕਰ ਦਿੱਤੇ ਗਏ ਨੇ। ਨਿਸ਼ਚਿਤ ਤੌਰ ਤੇ ਇੱਕ ਡਾਇਰੈਕਟਰ ਨੇ ਜਿਹੜੇ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੇ, ਔਰ ਇੱਕ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ। ਸੋ 2 ਵੱਡੇ IAS ਅਫਸਰਾਂ ਨੂੰ ਮੁਅੱਤਲ ਕਰਨ ਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਨੇ ਜਿਹੜੀਆਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਸੀ, ਕਿਤੇ ਨਾ ਕਿਤੇ ਇਹ ਜ਼ਿੰਮੇਦਾਰ ਅਧਿਕਾਰੀਆਂ ਦੀ ਸਲਾਹ ਜਾਂ ਸਹਿਮਤੀ ਜਾਂ ਸੁਝਾਅ ਤੋਂ ਬਾਅਦ ਮੁੱਖ ਮੰਤਰੀ ਨੇ ਫੈਸਲਾ ਲਿਆ ਸੀ। ਔਰ ਜਦੋਂ ਅਦਾਲਤਾਂ ਦੇ ਵਿੱਚ ਪੰਜਾਬ ਸਰਕਾਰ ਡਿਫੈਂਡ ਨਹੀਂ ਕਰ ਪਾਈ, ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹਨਾਂ ਦੋਨਾਂ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਮੁੱਖ ਮੰਤਰੀ ਨੇ ਇਹ ਸੁਨੇਹਾ ਦਿੱਤਾ ਹੈ ਕਿ ਜਿਹੜੇ ਵੀ ਅਧਿਕਾਰੀ ਹੋਣਗੇ, ਉਹਨਾਂ ਦੇ ਜਿਹੜੇ ਸਰਕਾਰ ਨੂੰ ਫੈਸਲੇ ਜਾਂ ਸੁਝਾਅ ਦਿੱਤੇ ਗਏ ਹੋਣਗੇ, ਉਹਨਾਂ ਲਈ ਉਹ ਜ਼ਿੰਮੇਦਾਰ ਹੋਣਗੇ। ਇੱਕ ਤਰੀਕੇ ਨਾਲ ਜਵਾਬਦੇਹੀ ਭਗਵੰਤ ਮਾਨ ਨੇ ਤੈਅ ਕਰ ਦਿੱਤੀ ਅਫਸਰਾਂ ਦੀ। ਔਰ ਉਹਨਾਂ ਨੇ ਇਹ ਵੀ ਸਸਪੈਂਡ ਕਰਕੇ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦੂਸਰੇ ਮਾਮਲਿਆਂ ਦੇ ਵਿੱਚ ਵੀ, ਦੂਸਰੇ ਮਹਿਕਮਿਆਂ ਦੇ ਵਿੱਚ ਵੀ ਅਗਰ ਅਧਿਕਾਰੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਨਗੇ ਤੇ ਕਾਰਵਾਈਆਂ ਹੋ ਸਕਦੀਆਂ ਨੇ। ਭਾਵੇਂ ਪੰਚਾਇਤਾਂ ਦਾ ਫੈਸਲਾ ਵਾਪਸ ਹੋ ਗਿਆ, ਭਾਵੇਂ ਪੋਲੀਟੀਕਲ ਤੌਰ ਦੇ ਉੱਤੇ ਭਗਵੰਤ ਮਾਨ ਸਰਕਾਰ ਦਾ ਇਹਨੂੰ ਯੂ ਟਰਨ ਕਿਹਾ ਜਾਂਦਾ ਹੈ, ਪਰ ਇੱਕ ਗੱਲੋਂ ਇਹ ਗੱਲ ਵੱਡੀ ਹੈ ਕਿ ਮੁੱਖ ਮੰਤਰੀ ਲਗਾਤਾਰ ਇਹ ਚਾਹ ਰਹੇ ਸੀ ਕਿ ਅਗਰ ਫਲੱਡ ਆਏ ਹੋਏ ਨੇ, ਗਿਰਦਾਵਰੀਆਂ ਹੋ ਰਹੀਆਂ ਨੇ, ਤੇ ਬਹੁਤ ਸਾਰੇ ਅਫਸਰ ਨੇ ਜਿਹੜੇ ਉਹ ਪ੍ਰਸ਼ਾਸਕ ਲਾਏ ਗਏ ਸੀ ਵੱਖ-ਵੱਖ ਪੰਚਾਇਤਾਂ ਨਾਲ ਸੰਬੰਧਿਤ ਮਹਿਕਮਿਆਂ ਦੇ ਵਿੱਚ, ਉਹਦੇ ਨਾਲ ਰੁਕਾਵਟ ਪੈਣੀ ਸੀ, ਗਿਰਦਾਵਰੀ ਦੇ ਕੰਮ 'ਚ ਰੁਕਾਵਟ ਪੈਣੀ ਸੀ, ਹੜ੍ਹਾਂ ਨਾਲ ਨੁਕਸਾਨੇ ਗਏ ਪੰਜਾਬ ਨੂੰ ਮੁੜ ਤੋਂ ਖੜਾ ਕਰਨ 'ਚ ਰੁਕਾਵਟ ਪੈਣੀ ਸੀ। ਸੋ ਕਿਤੇ ਨਾ ਕਿਤੇ ਸਰਕਾਰ ਨੇ
ਅਦਾਲਤ ਦੇ ਵਿੱਚ ਤੁਰੰਤ ਜਾ ਕੇ ਇਹ ਕਹਿਣਾ ਸਰਕਾਰ ਵੱਲੋਂ ਕਿ ਅਸੀਂ ਪੁਰਾਣਾ ਨੋਟੀਫਿਕੇਸ਼ਨ ਪੰਚਾਇਤਾਂ ਭੰਗ ਕਰਨ ਦਾ ਵਾਪਸ ਲਵਾਂਗੇ, ਇਹ ਇੱਕ ਚੰਗਾ ਸੰਕੇਤ ਹੈ। ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਔਰ ਮੁੱਖ ਮੰਤਰੀ ਨੇ ਅਗਰ ਇਹ ਫੈਸਲਾ ਬਹਾਲ ਕੀਤਾ ਆਪਣੇ ਐਡਵੋਕੇਟ ਜਨਰਲ ਦੇ ਜ਼ਰੀਏ ਅਦਾਲਤਾਂ ਦੇ ਵਿੱਚ ਸਿੱਧਾ ਹੀ ਕਹਿ ਦਿੱਤਾ ਬਿਨਾਂ ਇਸ ਮਾਮਲੇ ਤੇ ਸੁਣਵਾਈ ਮੁਕੰਮਲ ਹੋਣ ਤੇ, ਇਹਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਵਿੱਚ ਲਿਆ ਜਾ ਸਕਦਾ ਹੈ। ਇਹੀ ਫਰਕ ਹੈ ਭਗਵੰਤ ਮਾਨ ਔਰ ਦੂਸਰੇ ਮੁੱਖ ਮੰਤਰੀਆਂ ਦੇ ਵਿੱਚ। ਬਹੁਤ ਵਾਰੀ ਜਿਹੜੇ ਦੂਸਰੇ ਮੁੱਖ ਮੰਤਰੀ ਹੁੰਦੇ ਸੀ ਉਹ ਆਪਣੇ ਫੈਸਲਿਆਂ ਤੇ ਅੜ ਜਾਂਦੇ ਸੀ, ਭਾਵੇਂ ਉਹਦੇ ਵਿੱਚ ਕਾਨੂੰਨੀ ਤੌਰ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੀ। ਪਿਛਲੇ ਸਮਿਆਂ ਦੇ ਵਿੱਚ ਵੀ ਹੋਇਆ। ਇੱਕ ਵੇਲਾ ਸੀ ਜਦੋਂ ਪੰਜਾਬ ਦੀਆਂ ਸਰਕਾਰਾਂ ਹਟਦੀਆਂ ਨਹੀਂ ਸੀ ਸੰਸਦੀ ਸਕੱਤਰ ਲਾਉਣ ਤੋਂ, ਸੰਸਦੀ ਸਕੱਤਰ ਲਾ ਦਿੱਤੇ ਜਾਂਦੇ ਸੀ ਔਰ ਫਿਰ ਅਦਾਲਤਾਂ ਉਹ ਸੰਸਦੀ ਸਕੱਤਰ ਹਟਾਉਂਦੀਆਂ ਸੀ। ਪਿਛਲੀ ਵਾਰੀ ਕਿੰਨੇ ਸੰਸਦੀ ਸਕੱਤਰ ਲੱਗਦੇ ਸੀ ਲੇਕਿਨ ਅਦਾਲਤਾਂ ਨੇ ਉਹ ਸੰਸਦੀ ਸਕੱਤਰ ਹਟਾਏ। ਇਸ ਤੋਂ ਪਹਿਲਾਂ ਕਿ ਅਦਾਲਤ ਪੰਜਾਬ ਸਰਕਾਰ ਨੂੰ ਹੁਕਮ ਕਰਦੀ ਕਿ ਤੁਸੀਂ ਪੰਚਾਇਤਾਂ ਬਹਾਲ ਕਰੋ, ਸਰਕਾਰ ਨੇ ਉਸ ਤੋਂ ਪਹਿਲਾਂ ਹੀ ਇਹ ਫੈਸਲਾ ਲੈ ਕੇ ਇੱਛਾ ਸ਼ਕਤੀ ਦਿਖਾ ਕੇ ਮੈਨੂੰ ਲੱਗਦਾ ਹੈ ਇੱਕ ਹਾਂ ਪੱਖੀ ਕਦਮ ਦਿਖਾਇਆ। ਔਰ ਮੈਂ ਹਮੇਸ਼ਾ ਕਹਿੰਦਾ ਕੋਈ ਵੀ ਪੋਲੀਟੀਕਲ ਪਾਰਟੀ ਹੈ ਅਗਰ ਗਰਦਨ ਲਚੀਲੀ ਨਹੀਂ ਹੈ, ਅਗਰ ਫੈਸਲਾ ਵਾਪਸ ਲੈਣ ਦੀ ਹਿੰਮਤ ਨਹੀਂ ਹੈ ਤੇ ਉਹ ਲੋਕਤੰਤਰ 'ਚ ਜ਼ਿਆਦਾ ਚੰਗਾ ਗੱਲ ਨਹੀਂ ਹੈ। ਸੋ ਸਰਕਾਰਾਂ ਦਾ ਅੜੇ ਰਹਿਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ। ਸਰਕਾਰਾਂ ਨੂੰ ਜਿੱਥੇ ਲੱਗੇ ਕਿ ਕੋਈ ਫੈਸਲਾ ਜਿਹੜਾ ਉਹਦੇ ਉਸ ਤਰ੍ਹਾਂ ਦੇ ਅਸਰ ਨਹੀਂ ਆ ਰਹੇ ਜਿੱਦਾਂ ਦੇ ਆਉਣੇ ਚਾਹੀਦੇ ਸੀ ਤੇ ਵਾਪਸ ਲੈ ਲਏ ਜਾਣੇ ਚਾਹੀਦੇ ਨੇ ਔਰ ਵਾਪਸ ਫੈਸਲਾ ਲਿਆ ਗਿਆ, ਇਹਦਾ ਸਵਾਗਤ ਕਰਨਾ ਬਣਦਾ ਹੈ। ਹੁਣ ਇਹਦਾ ਦੂਜਾ ਪੱਖ, ਨਵਜੋਤ ਸਿੰਘ ਸਿੱਧੂ ਨੇ ਵੀ ਭਗਵੰਤ ਮਾਨ ਨੂੰ ਕਿਉਂ, ਜਿਹੜੇ ਉਹਨਾਂ ਦੇ ਸਲਾਹਕਾਰ ਨੇ ਜਾਂ ਇਹ ਮਹਿਕਮੇ ਵਾਲੇ ਅਫਸਰ ਨੇ, ਇਹਨਾਂ ਨੂੰ ਬਿਲਕੁਲ ਭਗਵੰਤ ਮਾਨ ਨੂੰ ਬਹੁਤ ਬਾਰ-ਬਾਰ ਜਿਹੜੇ ਇਹਨਾਂ ਦੇ ਫੈਸਲੇ ਨੇ ਉਹਨਾਂ ਦੀ ਪੜਤਾਲ ਕਰਾਉਣ ਦੀ ਲੋੜ ਹੈ। ਭਵਿੱਖ ਦੇ ਵਿੱਚ ਵੀ ਹੋਰ ਮਹਿਕਮਿਆਂ ਦੇ ਵਿੱਚ ਵੀ ਜਿਹੜੇ ਫੈਸਲੇ ਨੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਕਈ ਵਾਰੀ ਰਿਵਿਊ ਕਰਾਵੇ। ਅਗਰ ਕੋਈ ਅਫਸਰ ਕੋਈ ਫੈਸਲਾ ਲੈਣ ਦੀ ਉਹਨਾਂ ਨੂੰ ਸੁਝਾਅ ਦਿੰਦੇ ਨੇ ਜਾਂ ਫਾਈਲ ਭੇਜਦੇ ਨੇ ਤੇ ਭਗਵੰਤ ਮਾਨ ਨਿਸ਼ਚਿਤ ਤੌਰ ਤੇ ਕ੍ਰਾਸ ਵੈਰੀਫਿਕੇਸ਼ਨ ਕਰਾਉਣ, ਵਾਰ-ਵਾਰ ਉਹਨੂੰ ਚੈੱਕ ਕਰਾਉਣ, ਫਿਰ ਫੈਸਲਾ ਲੈਣ। ਕਿਉਂਕਿ ਜਦੋਂ ਪੰਚਾਇਤਾਂ ਨੂੰ ਇਹ ਖਦਸ਼ਾ ਸੀ ਕਿ ਉਹਨਾਂ ਨੂੰ ਭੰਗ ਕੀਤਾ ਜਾਊਗਾ, ਉਸੇ ਵੇਲੇ ਜਿਹੜੇ ਸਾਰੇ ਪੰਚ ਸਰਪੰਚ ਸੀ ਇਹਨਾਂ ਦੀਆਂ ਜਥੇਬੰਦੀਆਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਸੀ। ਪੰਚਾਇਤਾਂ ਮੰਗ ਰਹੀਆਂ ਸੀ ਕਿ ਕੋਵਿਡ ਦੇ ਸਮੇਂ ਵੀ ਸਾਡਾ ਸਮਾਂ ਬਹੁਤ ਖਰਾਬ ਹੋਇਆ, ਇਸ ਕਰਕੇ ਸਾਨੂੰ ਫੰਡ ਵੀ ਦਿੱਤੇ ਜਾਣ, ਸਾਡੇ ਫੰਡਾਂ ਤੇ ਰੋਕ ਨਾ ਲਾਈ ਜਾਵੇ, ਅਸੀਂ ਕੰਮ ਕਰੀਏ। ਔਰ ਨਵਜੋਤ ਸਿੰਘ ਸਿੱਧੂ ਨੂੰ ਵੀ ਸੰਗਰੂਰ ਦੇ ਵਿੱਚ ਪੰਚਾਇਤਾਂ ਨੇ ਜਿਹੜੀ ਵੱਡੀ ਇੱਕ ਰੋਸ ਰੈਲੀ ਰੱਖੀ ਸੀ ਉੱਥੇ ਸੱਦਿਆ ਸੀ। ਨਵਜੋਤ ਸਿੰਘ ਸਿੱਧੂ ਨੇ ਵੀ ਉੱਥੇ ਪੰਚਾਇਤੀ ਰਾਜ ਦੇ ਹੱਕ ਦੇ ਵਿੱਚ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸੀ। ਔਰ ਹੁਣ ਜਦੋਂ ਪੰਚਾਇਤਾਂ ਭੰਗ ਹੋਈਆਂ ਤੇ ਪੰਚਾਇਤ ਯੂਨੀਅਨ ਦੇ ਵੱਖ-ਵੱਖ ਪੰਚਾਇਤ ਯੂਨੀਅਨ ਦੇ ਨੁਮਾਇੰਦੇ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਸੀ ਔਰ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਹੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ ਔਰ ਪੰਚਾਇਤਾਂ ਭੰਗ ਕਰਨ ਦਾ ਸਖਤ ਵਿਰੋਧ ਕੀਤਾ ਸੀ। ਔਰ ਨਵਜੋਤ ਸਿੰਘ ਸਿੱਧੂ ਦੇ ਉਸ ਪ੍ਰੈਸ ਨੋਟ ਨੂੰ ਵੱਖ-ਵੱਖ ਅਖਬਾਰਾਂ ਨੇ, ਮੀਡੀਆ ਨੇ ਚੰਗੀ ਤਵੱਜੋ ਦਿੱਤੀ ਸੀ ਕਿਉਂਕਿ ਲੋਕ ਹਿੱਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਉਸ ਦਿਨ ਇਹ ਗੱਲ ਚੱਕੀ ਸੀ। ਔਰ ਉਸ ਤੋਂ ਬਾਅਦ ਦੂਜੀਆਂ ਵਿਰੋਧੀ ਪਾਰਟੀਆਂ ਨੇ ਵੀ ਇਹ ਗੱਲ ਚੱਕਣੀ ਸ਼ੁਰੂ ਕੀਤੀ। ਹਾਲਾਂਕਿ ਬਹੁਤ ਸਾਰੀਆਂ ਧਿਰਾਂ ਅਦਾਲਤਾਂ 'ਚ ਗਈਆਂ, ਅਦਾਲਤਾਂ ਦੇ ਵਿੱਚ ਵੀ ਸਰਕਾਰ ਦਾ ਜਿਹੜਾ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਸੀ ਉਹ ਬਹੁਤਾ ਜ਼ਿਆਦਾ ਮਜ਼ਬੂਤ ਨਹੀਂ ਸੀ ਲੱਗ ਰਿਹਾ ਔਰ ਸਰਕਾਰ ਨੇ ਵੀ ਇਹ ਫੈਸਲਾ ਜਿਹੜਾ ਵਾਪਸ ਲਿਆ। ਸੋ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਵੱਖ-ਵੱਖ ਪੰਚਾਇਤਾਂ ਨੇ, ਪੰਚਾਇਤ ਯੂਨੀਅਨ ਦੇ ਨੁਮਾਇੰਦੇ ਨੇ ਉਹਨਾਂ ਨੇ ਵੀ ਕੀਤਾ ਔਰ ਜਿਹੜੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਇੱਕ ਵਾਰੀ ਇਹ ਆਵਾਜ਼ ਚੱਕੀ ਉਸ ਤੋਂ ਬਾਅਦ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਪੰਚਾਇਤਾਂ ਬਹਾਲ ਕਰਨ ਦੀ ਮੰਗ ਸ਼ੁਰੂ ਕੀਤੀ ਸੀ। ਡੈਮੋਕ੍ਰੇਸੀ ਇਸੇ ਤਰ੍ਹਾਂ ਚੱਲਦੀ ਹੈ। ਸੋ ਵਿਰੋਧੀ ਧਿਰਾਂ ਨੂੰ ਲੋਕ ਹਿੱਤ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਭਾਰਨਾ ਜ਼ਰੂਰੀ ਹੈ ਔਰ ਨਵਜੋਤ ਸਿੰਘ ਸਿੱਧੂ ਭਾਵੇਂ ਵਿਧਾਇਕ ਨੇ ਜਾਂ ਨਹੀਂ ਨੇ ਪਰ ਉਹਨਾਂ ਨੇ ਪੰਚਾਇਤਾਂ ਭੰਗ ਕਰਨ ਦੇ ਫੈਸਲੇ ਨੂੰ ਬਹੁਤ ਵੱਡੇ ਪੱਧਰ ਤੇ ਚੁੱਕਿਆ ਸੀ ਔਰ ਇੱਕ ਵੱਡੇ ਪੱਧਰ ਦੇ ਉੱਤੇ ਵਿਰੋਧੀ ਧਿਰਾਂ ਨੇ ਜਦੋਂ ਇਹ ਆਵਾਜ਼ ਚੱਕੀ ਤੇ ਅੱਜ ਸਥਿਤੀ ਇਹ ਬਣੀ ਹੈ ਕਿ ਪੰਚਾਇਤਾਂ ਬਹਾਲ ਹੋਈਆਂ ਨੇ। ਹਾਲਾਂਕਿ ਸਰਕਾਰ ਨੂੰ ਵੀ ਪੰਚਾਇਤਾਂ ਬਹਾਲ ਕਰਨ ਤੇ ਸਰਕਾਰ ਦਾ ਵੀ ਧੰਨਵਾਦ ਕੀਤਾ ਜਾਣਾ ਬਣਦਾ ਹੈ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰਾਂ ਅਗਰ ਅੜੀਅਲ ਹੋ ਜਾਣ ਤੇ ਉਹ ਡੈਮੋਕ੍ਰੇਸੀ ਲਈ ਚੰਗਾ ਨਹੀਂ ਹੁੰਦਾ। ਸੋ ਚੰਗੀ ਗੱਲ ਹੈ ਅਗਰ ਭਗਵੰਤ ਮਾਨ ਦੀ ਸਰਕਾਰ ਨੇ ਇਹ ਫੈਸਲਾ ਵਾਪਸ ਲਿਆ, ਪਰ ਭਵਿੱਖ 'ਚ ਉਹਨਾਂ ਨੂੰ ਬਿਲਕੁਲ ਨਜ਼ਰਸਾਨੀ ਕਰਨੀ ਪਏਗੀ ਆਪਣੇ ਅਫਸਰਾਂ ਵੱਲੋਂ ਸੁਝਾਏ ਜਾਂਦੇ ਮੁੱਦਿਆਂ ਤੇ ਵੀ ताकि दोबारा इस तरह के फैसले वापस ना लेने पाएँ। सर देखिए मैडम, जो बात ये है कि सीएम साहब से इस बात पे बहुत डेलिब्रेशंस हुई हैं और सीएम साहब ने बहुत अपनी ग्रेस दिखाकर, उनका सिर्फ एक मकसद था कि जो डेमोक्रेटिक सेटअप है वो चलना चाहिए, वो रुकना नहीं चाहिए। पंचायत में
जो दिक्कतें आती हैं वो चलना चाहिए। दूसरा ये भी वहाँ उनके सामने आया कि जी फ्लड सिचुएशन जो आज की डेट में वहाँ हुई है, उसमें हमारे बहुत अफसर जो हैं वहाँ बिज़ी हैं गिरदावरियाँ बनाने में, और बाद में जो हमने जो नुकसान हुआ है उसको पूरा करने में। इसलिए अगर हम उसी ऑफिसर्स को हम वहाँ पे एडमिनिस्ट्रेटर्स लगा देंगे तो सब कुछ बिगड़ सकता है। तो इन सब सिचुएशन को देखते हुए सीएम साहब ने कहा कि जी हम 29/1 की जो नोटिफिकेशन है हम उसको विड्रॉ करते हैं। तो सर ये बताएं कि इलेक्शंस का किया गया है वो एज़ पर शेड्यूल्ड डेट एंड टाइम होगा। ये बताएं कि पंचायतें बहाल हो गई हैं। पंचायतें बहाल हो गई हैं जी 29A से, लेकिन जो इलेक्शन प्रोसेस है वो चलेगा और वो शेड्यूल टाइम पे ही होंगी। जो 6 महीने का समय था वो पूरा कर लिया जाएगा। वो इलेक्शंस तक पूरा कर लिया जाएगा। और जो उनकी फाइनेंशियल पावर्स थी जो विड्रॉ की गई थी, वो उसके कॉन्सिक्वेंसेस जो भी उसके कॉन्सिक्वेंसेस होंगे सब बहाल हो जाएगा। जो एडमिनिस्ट्रेटर लगाए गए थे वो हटा लिए गए हैं। अभी उसमें प्रोसेस में टाइम लगेगा जी। अभी कब तक नोटिफिकेशन सरकार का नोटिफिकेशन आ जाएगा? वो बहुत जल्दी से जल्दी हम इशू करने की कोशिश करेंगे जी, जल्द से जल्द। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰਾ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ ਵੀ ਸਾਡੇ ਨਾਲ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।